सो इत्थे हर चीज उपलब्ध है, सिर्फ कल्ले लंगर की गल नहीं आपां कर सकते। इत्थे साबण, पेस्ट, तेल, इत्थों तक कि शीशा भी जिहड़ा छोटा शीशा, क्योंकि सिंघां ने दस्तारे सजाने हुंदे ने ते होर अपने सारे प्रबंध। सो बाबा जोगा सिंह जी इत्थे सारी सेवा की देख रेख करते पे ने। सो बाबा जी किवें दियां सेवावां, क्योंकि ਚੱਲੇ ਤਾਂ ਆਪਾਂ ਸੰਘਰਸ਼ ਦੇ ਰਾਹ ਤੇ ਆ, ਪਰ ਨਾਲ ਉਹਦੇ ਸੇਵਾਵਾਂ ਜਿਹੜੀਆਂ ਖੜੀਆਂ ਨੇ, ਮੈਂ ਸਮਝਦਾ ਇਹ ਵੀ ਆਪਣੇ ਆਪ 'ਚ ਇੱਕ ਸੰਘਰਸ਼ ਆ ਜਿਹੜਾ ਬਣ ਚੁੱਕਾ ਹੈ। ਨਹੀਂ, ਸਾਡੀ ਡਿਊਟੀ ਹੈ ਆ ਜੀ ਵੀ ਮਗਰੋਂ ਇਹ ਚੀਜ਼ਾਂ ਮੈਂ ਵੀ ਕਿਸੇ ਨੂੰ ਕਮੀ ਨਾ ਆਵੇ, ਲੰਗਰ ਪਾਣੀ ਵੱਲੋਂ, ਨਹਾਉਣ ਧੋਣ ਵੱਲੋਂ ਜਾਂ ਰਹਿਣ ਵੱਲੋਂ। ਇਹ ਇੱਕ ਸਾਡਾ ਲੋਕ ਭਲਾਈ ਦਾ ਇੱਕ ਸਾਡਾ ਕੇਂਦਰ ਆ, ਉਹਦੇ ਕਰ ਰਹੇ ਸੀ। ਤੇ ਇਹ ਜਿਹੜੀਆਂ ਸਾਰੀਆਂ ਰਸਤਾਂ ਵਸਤਾਂ ਆ ਰਹੀਆਂ ਨੇ, ਕਿੱਦਾਂ ਸੰਗਤਾਂ ਲਈ ਆ ਰਹੀਆਂ ਨੇ ਜਾਂ ਕੀ ਪ੍ਰਬੰਧ ਇੱਥੇ ਬਣਿਆ ਪਿਆ ਇਸ ਵੇਲੇ? ਵੇਖੋ ਜੀ, ਸੰਗਤ ਜਿਹੜੀ ਆਉਂਦੀ ਆ ਆਪਣੇ ਦਿਮਾਗ ਦੇ ਮੁਤਾਬਕ ਉਹਨੂੰ ਪਤਾ ਲੱਗਦਾ ਵੀ ਇੱਥੇ ਆ ਵੀ ਲੋੜ ਆਉਣੀ ਹੈ ਚੀਜ਼ ਦੀ, ਇਹ ਚੀਜ਼ ਦੀ ਵੀ ਲੋੜ ਆਉਣੀ, ਉਸ ਹਿਸਾਬ ਨਾਲ ਭੇਜੀ ਜਾਂਦੇ ਆ। ਜੀ ਜੀ। ਤੇ ਅਸੀਂ ਬੈਠੇ ਜਿਹੜੀ ਚੀਜ਼ ਆ ਵੀ ਲੈ ਜਾਓ, ਜਿਹੜੀ ਜਿੰਨੀ ਲੋੜ ਹੈ ਲੈ ਜਾਓ। ਜੀ ਜੀ। ਇੱਧਰ ਵੀ ਪਾਣੀ, ਉਹ ਪਿਛਲੇ ਬੰਨੇ ਵੀ ਸਮਾਨ ਪਿਆ ਹੈ ਤੇ ਇਹ ਦੂਜਿਆਂ ਬਾਰਡਰਾਂ ਤੇ ਵੀ ਜਾ ਰਿਹਾ ਸਾਰਿਆਂ ਤੇ ਸਮਾਨ। ਇੱਥੇ ਵੀ ਕਿਸੇ ਲੰਗਰ 'ਚ ਲੋੜ ਪਏ ਤੇ ਉਹ ਭੇਜਦਾ ਹੈ। ਖਾਸ ਕਰਕੇ ਮੈਂ ਹਰਿਆਣੇ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਵੱਡਾ ਸਹਿਯੋਗ ਦਿੱਤਾ। ਪੰਜਾਬ ਵਾਲਿਆਂ ਨੇ ਵੀ ਦਿੱਤਾ ਹੈ, ਪੰਜਾਬ ਵਾਲੀ ਸੰਗਤ ਆਈ ਆ, ਪਰ ਇੱਥੇ ਨੇੜੇ ਗਵਾਂਢ ਚੋਣਾ ਸਾਡੀ ਪੂਰੀ ਬਾਂਹ ਫੜੀ ਹੈ ਜੀ। ਸੋ ਸਬਜ਼ੀ ਭਾਜੀ ਵਗੈਰਾ ਸਾਰਾ ਕੁਝ, ਦੁੱਧ ਦਹੀਂ, ਇਹ ਸਭ ਇੱਥੇ ਰੋਜ਼ਾਨਾ ਤਾਜ਼ਾ ਆਈ ਜਾ ਰਿਹਾ ਜੀ? ਨਹੀਂ, ਉਹ ਸਬਜ਼ੀ ਭਾਜੀ, ਸਬਜ਼ੀਆਂ ਆ ਰਹੀਆਂ ਨੇ ਕੱਚੀਆਂ, ਅੱਛਾ ਜੀ, ਇੱਥੇ ਬਣ ਰਹੀਆਂ ਨੇ। ਅੱਛਾ ਜੀ। ਜੇ ਲੋੜ ਪਵੇ ਪਿੱਛੋਂ ਵੀ ਕੋਈ ਸਮਾਨ ਬਣ ਕੇ ਸ਼ਾਹਬਾਦ ਤੋਂ ਵੀ ਆ ਜਾਂਦਾ, ਕੋਈ ਸਾਡਾ ਡੇਰਾ ਥੋੜਾ ਨੇੜੇ ਆ, ਹਾਂਜੀ ਹਾਂਜੀ, ਦੂਜੇ ਡੇਰੇ ਦੂਰ ਆ। ਜੀ ਜੀ। ਤੇ ਉੱਥੇ ਕੋਈ ਵੀ ਚੀਜ਼ ਹੈ, ਜਿਸ ਤਰ੍ਹਾਂ ਅਸੀਂ ਸਟੋਰ 'ਚ ਲਾ ਦੇਣਾ ਦੁੱਧ ਬਰਫ਼ ਦੇ ਕਾਰਖਾਨੇ 'ਚ, ਤੇ ਜਮਾ ਹੋ ਜਾਣਾ, ਉਹ ਬਰਸੀਲੀਆਂ ਉਸ ਤਰ੍ਹਾਂ ਜਮੀਆਂ ਜਮਾਈਆਂ ਉਹ ਟੈਂਕੀ ਸੁੱਟ ਲਿਆਉਣੀਆਂ, ਤੇ ਉਹ ਦੁੱਧ ਫਿਰ 2-3 ਦਿਨ ਠੰਡਾ ਨਹੀਂ ਹੁੰਦਾ, ਉਹ ਕੰਮ ਦੇ ਜਾਂਦਾ ਹੈ। ਫਿਰ ਕਈ ਕੀ ਕਰਦੇ, ਪੈਕਿੰਗ ਵਾਲਾ ਹੁੰਦਾ ਜਿਹਨਾਂ ਦੀ 3-3 ਮਹੀਨੇ ਵੀ ਮਨਿਆਦ ਹੈਗੀ ਆ, ਉਹ ਵੀ ਦੁੱਧ ਘਲਾਉਂਦੇ ਆ ਵੀ ਚਲ ਖਰਾਬ ਨਾ ਹੋਵੇ। ਤੇ ਜਿਹੜਾ ਪਿੰਡਾਂ 'ਚੋਂ ਗਰਾਂਦੇ ਆ, ਉਹ ਕੀ ਕਰਦੇ, ਗਰਮ ਕਰਕੇ ਇੱਥੇ ਆ ਕੇ ਫਿਰ ਗਰਮ ਕਰ ਲਈਦਾ 2-4 ਘੰਟੇ, ਉਹ ਨਹੀਂ ਖਰਾਬ ਹੁੰਦਾ। ਠੀਕ ਹੈ। ਉਹਨੂੰ ਸੋਡਾ ਸਾਡਾ ਲਾ ਕੇ ਥੋੜਾ ਬਾਲਾ ਉਹਨੂੰ ਵੀ ਬਚਾ ਕੇ ਇੱਥੇ ਵਰਤ ਲਈਦਾ। ਜੇ ਕੋਈ ਖਰਾਬ ਹੋਣ ਲੱਗੇ ਤਾਂ ਉਹਦਾ ਪਨੀਰ ਬਣ ਕੇ ਉਹ ਵੀ ਸੰਗਤਾਂ ਛਕ ਜਾਂਦੀਆਂ। ਠੀਕ ਹੈ ਜੀ। ਹਾਂ। ਸੋ ਹੁਣ ਮਤਲਬ ਦੁੱਧ ਦੀ ਕਰਾਈ ਵੀ ਪਿੰਡਾਂ ਤੋਂ ਚੱਲਣ ਰਹੀ ਹੈ, ਪੰਜਾਬ ਹਰਿਆਣੇ ਆ ਵੀ ਪਿੰਡਾਂ 'ਚ ਹੁਣ ਤੁਹਾਡੇ ਸਾਹਮਣੇ ਜੀਨ ਵਾਲੇ ਆਏ ਆ, ਤੁਸੀਂ ਇੰਟਰਵਿਊ ਲਈ ਉਹਨਾਂ ਦੀ। ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਸਾਰੇ ਹਿੰਦੂ ਸਿੱਖ ਭਰਾ ਸਾਰੇ ਵਿਚਾਰੇ ਕਰਕੇ ਇਕੱਠਾ ਦੁੱਧ ਤੇ ਸਮਾਨ ਰਾਸ਼ਨ ਉਹ ਸਾਨੂੰ ਫੋਨ ਕਰ ਦੇਣਾ ਉਹਨਾਂ ਵੀ ਕਿਹੜੀ ਚੀਜ਼ ਦੀ ਲੋੜ ਹੈ, ਉਹਨੂੰ ਫਿਰ ਦੱਸੀ ਦੇ ਵੀ ਆਹ ਚੀਜ਼ ਹੁਣ ਥਾਲੀਆਂ ਘੱਟ ਨੇ, ਕੌਲੀਆਂ ਘੱਟ ਨੇ, ਬੋਤਲਾਂ ਘੱਟ ਨੇ, ਉਹ ਸਮਾਨ ਖਰੀਦ ਕੇ ਫਿਰ ਲੈ ਆਉਂਦੇ। ਸੋ ਬਿਲਕੁਲ ਮੈਂ ਸਮਝਦਾ ਕਿ ਤੋੜ ਨਾ ਆਵੇ, ਵੱਧ ਤੋਂ ਜਾਈ ਵਾਲੀ ਗੱਲ ਹੈ ਇੱਥੇ ਤਾਂ। ਮਤਲਬ ਹੁਣ ਭੰਡਾਰ ਕੀ ਕਹਿੰਦੇ ਆ, ਵੇਖੋ ਕਿੰਨੇ ਕਿੰਨੇ ਉੱਚੇ ਪਹਾੜੀ ਬਣ ਗਏ ਨੇ। ਹਾਂ, ਪਹਾੜੀ ਬਣੀ, ਪਹਾੜੀ ਬਣੀ। ਹਾਂ। ਸੋ ਵੇਖੋ ਗੁਰੂ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਆ, ਮੈਂ ਸਮਝਦਾ ਕਿ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਲ ਮਿਲ ਕੇ ਛਕਣ ਛਕਾਉਣ ਦਾ ਤੇ ਸੇਵਾ ਕਰਨ ਦਾ ਇਹ ਸੰਕਲਪ ਜਿਹੜਾ ਬਖਸ਼ਿਆ ਸੀ, ਉਹ ਪੰਜਾਬੀਆਂ ਨੇ ਬਖੂਬੀ ਉਹਨੂੰ ਸਮਝਿਆ ਹੈ ਤੇ ਉਹਨੂੰ ਨਿਭਾਇਆ ਹੈ, ਤੇ ਅੱਜ ਦੁਨੀਆ ਉਹਨੂੰ ਦੇਖਦੀ ਪਈ ਹੈ ਤੇ ਉਹਨੂੰ ਮੰਨਦੀ ਪਈ ਹੈ। ਸੋ ਬੜੀ ਵੱਡੀ ਗੱਲ ਹੈ, ਕਿਉਂਕਿ ਦੁਨੀਆ ਜਿਹੜੀ ਹੈ ਸਮਝਦੀ ਪਈ ਹੈ ਕਿ ਆਖਰ ਇਹ ਕੀ ਲੋਕ ਨੇ, ਆਏ ਤਾਂ ਆਪਣੀਆਂ ਮੰਗਾਂ ਵਾਸਤੇ, ਆਪਣੇ ਸੰਘਰਸ਼ ਵਾਸਤੇ, ਨਹੀਂ ਤੇ ਲੋਕੀ ਸੰਘਰਸ਼ ਕਰਦੇ ਹੁੰਦੇ ਸੀ ਭੁੱਖ ਹੜਤਾਲਾਂ ਕਰਕੇ, ਤੇ ਇੱਥੇ ਰੱਜ ਹੜਤਾਲ ਹੋ ਰਹੀ ਹੈ ਰਜਾ ਕੇ, ਆਪ ਹੀ ਨਹੀਂ ਬਲਕਿ ਜਿਹੜਾ ਵੀ ਇੱਥੇ ਆ ਰਿਹਾ ਉਹ ਰੱਜ ਕੇ ਲੰਗਰ ਪ੍ਰਸ਼ਾਦਾ ਛਕ ਰਿਹਾ। ਬਾਬਾ ਜੀ ਆਪ ਜੀ ਨੇ ਤਾਂ ਕਾਫੀ ਦਿਨਾਂ ਤੋਂ ਦੇਖ ਰਹੇ ਹੋਗੇ, ਮੈਂ ਸਮਝਦਾ ਆਲੇ ਦੁਆਲੇ ਦਾ ਪਤਾ ਨਹੀਂ ਕਿੰਨੇ ਕੁ ਲੋਕ ਰੋਜ਼ਾਨਾ ਇੱਥੋਂ 3-3 4-4 ਸਮੇਂ ਦਾ ਲੰਗਰ ਪ੍ਰਸ਼ਾਦਾ ਛਕਦੇ ਪਏ ਨੇ। ਤੁਹਾਡੇ ਨਾਲ ਤਾਂ ਕਾਫੀ ਲੋਕਾਂ ਦੀ ਵਿਚਾਰ ਵੀ ਹੁੰਦੀ ਹੋਣੀ ਇੱਥੇ ਲੋਕਲਾਂ ਦੀ, ਲੋਕਲ ਜਿਹੜੀ ਇੱਥੇ ਆਲੇ ਦੁਆਲੇ ਰਹਿਣ ਵਾਲੇ ਲੋਕ, ਉਹ ਕੀ ਕਹਿੰਦੇ ਨੇ ਜੀ? ਉਹ ਆਂਦੇ ਆ ਵੀ ਸਾਡੇ ਵੱਡੇ ਭਰਾ ਨੇ ਪੰਜਾਬ ਵਾਲੇ ਜੀ, ਅਸੀਂ ਉਹਨਾਂ ਦੇ ਛੋਟੇ ਭਰਾ, ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀ, ਅੱਜ ਤੱਕ ਅਸੀਂ ਸਾਥ ਨਹੀਂ ਦਿੱਤਾ। ਅਸੀਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਨੂੰ ਯਾਦ ਕਰਾਤਾ ਵੀ ਤੁਹਾਡਾ ਨੁਕਸਾਨ ਹੋ ਰਿਹਾ ਜੇ। ਇਹ ਕਹਿ ਰਹੇ ਨੇ, ਸਾਰੇ ਧੰਨਵਾਦ ਕਰ ਰਹੇ ਨੇ ਇਹਨਾਂ ਦਾ, ਪੰਜਾਬ ਵਾਲਿਆਂ ਦਾ। ਬਿਲਕੁਲ। ਸੋ ਇਹ ਭਰਾ ਜਿਹੜਾ ਪੰਜਾਬੀ ਤੇ ਹਰਿਆਣਵੀ ਭਾਈ ਦਾ ਜਿਹੜਾ ਅੱਜ ਨਾਰਾ ਵੀ ਅਸੀਂ ਦੇਖਿਆ ਸੀ ਸਵੇਰੇ ਟਰਾਲੀਆਂ ਦੇ ਵਿੱਚ ਲਾਇਆ ਜਾ ਰਿਹਾ ਸੀ, ਪੰਜਾਬ ਹਰਿਆਣਾ ਭਾਈ, ਤੇ ਇਹ ਸਾਡਾ ਜਿਹੜਾ ਸੰਕਲਪ ਹੈ, ਮੈਂ ਸਮਝਦਾ ਬੜੀ ਵੱਡੀ ਦੇਣ ਜਿਹੜੀ ਇਹ ਸੰਘਰਸ਼ਾਂ ਨੂੰ ਦੇ ਰਿਹਾ। ਤੇ ਹੋਰ ਵੀ ਬਹੁਤ ਕੁਝ ਹੈ ਇਸ ਸੰਘਰਸ਼ ਦੇ ਵਿੱਚ, ਜਿਹੜੀਆਂ ਵੱਖ-ਵੱਖ ਝਲਕੀਆਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਹਾਂ। ਆਉਂਦੇ ਸਮੇਂ ਵਿੱਚ ਹੋਰ ਵੀ ਕਾਫੀ ਕੁਝ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਸੋ ਇਸ ਵਕਤ ਅਸੀਂ ਹਰਿਆਣੇ ਦੇ ਜਿਹੜਾ ਕਿਸਾਨ ਯੂਨੀਅਨ ਦਾ ਕੈਂਪ ਹੈ ਉੱਥੇ ਆਏ ਹੋਏ ਹਾਂ। ਗੁਰਨਾਮ ਸਿੰਘ ਜੀ ਜਿਨ੍ਹਾਂ ਦੇ ਪ੍ਰਧਾਨ ਨੇ, ਇਸ ਵਕਤ ਉਹ ਸੰਸਕਾਰ ਦੇ ਉੱਤੇ ਗਏ ਹੋਏ ਨੇ। ਜਿਵੇਂ ਆਪਾਂ ਜਾਣਦੇ ਹਾਂ ਕਿ ਸੰਤ ਬਾਬਾ ਰਾਮ ਸਿੰਘ ਉਹਨਾਂ ਨੇ ਜੋ ਆਪਣੇ ਵੱਲੋਂ ਕੁਰਬਾਨੀ ਕੀਤੀ ਹੈ ਜਿਹੜੀ ਉਹਨਾਂ ਦਾ,
ਉਸ ਸਿਲਸਿਲੇ 'ਚ ਉੱਥੇ ਗਏ ਹੋਏ ਨੇ। ਪਰ ਹਰਿਆਣੇ ਦੇ ਜਿਹੜਾ ਜਜ਼ਬਾ ਸੀਗਾ, ਜਿਹੜਾ ਅਸੀਂ 25 ਤਰੀਕ ਤੋਂ ਲੈ ਕੇ ਹੁਣ ਤੱਕ ਦੇਖਦੇ ਪਏ, ਕੁਝ ਉਹਦੀ ਸਾਂਝ ਆਪਸ ਦੇ ਨਾਲ ਕਰਦੇ ਪਏ। ਸੋ ਇਹ ਸਾਰੇ ਭਾਰਤੀ ਕਿਸਾਨ ਯੂਨੀਅਨ ਜੜੂਨੀ ਦੇ ਜਿਹੜੇ ਸਾਰੇ ਪ੍ਰਬੰਧਕ ਨੇ। ਸੋ ਖਾਸ ਤੌਰ ਤੇ ਜਿਹੜੇ ਨੌਜਵਾਨ ਨੇ ਛਲਾਂਗ ਲਗਾਈ ਸੀਗੀ, ਸਭ ਤੋਂ ਪਹਿਲਾਂ ਜਿਹੜੀ ਵੀਡੀਓ ਤੇ ਸਭ ਤੋਂ ਪਹਿਲਾਂ ਜਿਹੜੀ ਤਸਵੀਰ ਸਾਡੇ ਸਾਹਮਣੇ ਆਈ ਸੀ, ਸੋ ਉਹਨਾਂ ਦੇ ਪਿਤਾ ਜੀ ਇਸ ਵਕਤ ਫਾਦਰ ਸਾਹਿਬ ਸਾਡੇ ਨਾਲ ਮੌਜੂਦ ਨੇ। ਸੋ ਸਭ ਤੋਂ ਪਹਿਲਾਂ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਤੁਸੀਂ ਇਸ ਸੰਘਰਸ਼ ਨੂੰ ਕਿਵੇਂ ਦੇਖਦੇ ਪਏ ਹੋ ਜੀ? संघर्ष इसी तरह जारी रहेगा जिस तरह ਅਸੀਂ 27 ਤਰੀਕ ਦੇ ਇੱਥੇ ਬੈਠੇ ਆ। ਸਰਕਾਰ ਸਾਡੀ ਕੋਈ ਵੀ ਖਬਰ ਲੈਣ ਨੂੰ ਤਿਆਰ ਨਹੀਂ। ਜਿੰਨਾ ਤੱਕ ਸਰਕਾਰ ਸਾਡੀ ਖਬਰ ਨਹੀਂ ਲੈਂਦੀ, ਤਿੰਨੋਂ ਕਾਲੇ ਕਾਨੂੰਨ ਵਾਪਸ ਨਹੀਂ, ਇਹ ਜਿਹੜੀ ਵੀ ਸਾਡੀਆਂ ਜਥੇਬੰਦੀਆਂ ਦੀ ਮੰਗਾਂ ਨੇ ਉਹ ਮੰਨਦੀ ਨਹੀਂ। ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ, ਚਾਹੇ ਜਿੰਨਾ ਮਰਜ਼ੀ ਟਾਈਮ ਲੱਗ ਜੇ, ਅਸੀਂ ਇੱਥੋਂ ਜਿੱਤ ਕੇ ਜਾਵਾਂਗੇ। ਜਦੋਂ ਸ਼ੁਰੂਆਤ ਹੋਈ ਹੈ, ਜਦੋਂ ਸ਼ੰਭੂ ਬਾਰਡਰ ਤੋਂ ਅੱਗੇ ਨੂੰ ਨਿਕਲੇ, ਤੇ ਜਿਹੜੀ ਤਸਵੀਰ ਜਿਹੜੀ ਤੁਹਾਡੇ ਬੇਟੇ ਦੀ, ਕਿਉਂਕਿ ਜਦੋਂ ਕੋਈ ਧੀ ਪੁੱਤ ਕੋਈ ਚੰਗਾ ਕੰਮ ਕਰਦਾ ਫਿਰ ਬਾਪ ਨੂੰ ਫਖਰ ਹੁੰਦਾ ਹੈ। ਸੋ ਤੁਹਾਨੂੰ ਕਿਵੇਂ ਲੱਗਾ ਸੀ ਜਦ ਤੁਹਾਡੇ ਬੱਚੇ ਨੇ ਉਹ ਕਾਰਨਾਮਾ ਕੀਤਾ ਕਿ ਜਿਹਨੂੰ ਵੇਖ ਕੇ ਸਾਰਾ ਪੰਜਾਬ, ਸਾਰੀ ਕਿਸਾਨੀ ਜਿਹੜੀ ਉਹਦੇ 'ਚ ਜੋਸ਼ ਭਰਿਆ ਸੀ? ਹਾਂ, ਉਹਨੇ ਜੋ ਵੀ ਕੰਮ ਨਵਦੀਪ ਨੇ ਕਰਿਆ ਬੜਾ ਬਹਾਦਰੀ ਦਾ ਕਰਿਆ। ਮੈਂ ਤਾਂ ਸਾਰੇ ਹੀ ਨੌਜਵਾਨਾਂ ਨੂੰ ਕਹਿਣਾ ਚਾਹੂੰਗਾ ਵੀ ਸਾਰੇ ਨਵਦੀਪ ਜਿਸ ਤਰ੍ਹਾਂ ਬਹਾਦਰ ਬਣਾ। यदि इस सरकार गैल आप जित सकांगे तो सारे ही लड़का रलो, मतलब लड़ो इस संघर्ष नू, सारे नवदीप बनो। और जो भी नवदीप ने कराया उससे भी होर ज़्यादा जो भी मेरे नौजवान, मैं तो सबनू नवदीप जैसा ही बेटा समझूंगा। इसी तरह का संघर्ष जारी रखो, आप सरकार नू झुकाउण में कामयाब रहांगे। साथ दें सारे नौजवान, और मैं नौजवानों का बहुत धन्यवाद करूं जो अपना हक लेने वास्ता यहाँ पहुँचे हैं और ने अपना हक यहाँ ते लेकर जाएंगे। इन्हें एक बीड़ा ठाया भी आप सरकार नू अपने ऊपर हैवी नहीं होने देना है। नहीं तो मैं दोबारा फिर सारे जवानों नू कहना चाहूँगा कि संघर्ष जारी रखियो, अपन ने उते जीत का जाना या नहीं तो अगर थम बिना संघर्ष जीते यहाँ से चले गए, सरकारों ने थारे पर इतना बड़ा स्कंजा कस देना कि थारा जीना दुबर कर देना इन्होंने। और अपन ने यहाँ से जीत का जाना भी आने वाली कोई भी सरकार मेरे नौजवानों नू, किसानों नू पुछ का कोई कानून बनावा, इनते बिना पुछे कोई कानून ना बनावा। ਸੋ ਬਿਲਕੁਲ ਇਹ ਜਿਹੜੀ ਗੱਲ ਹੈ, ਕਿਉਂਕਿ ਅਸੀਂ ਇਹ ਸਾਰੇ ਕਿਸਾਨ ਜੋ ਇਕੱਤਰ ਹੋਏ ਨੇ ਉਹ ਇਸੇ ਵਾਸਤੇ ਕਿ ਇਹ ਕਾਲੇ ਕਾਨੂੰਨ ਵਾਪਸ ਕਰਵਾਉਣੇ ਨੇ, ਕਿਉਂਕਿ ਇਹ ਸਾਡੇ ਲਈ ਨੁਕਸਾਨਦੇਹ ਨੇ, ਸਾਡੇ ਹੋਂਦ ਦਾ ਮਸਲਾ ਬਣ ਚੁੱਕਾ ਹੈ। ਸੋ ਤੁਸੀਂ ਪੈਸਾ ਕਿਵੇਂ ਦੇਖਦੇ ਪਏ ਹੋ ਇਹ ਸਾਰਾ ਕਿਸਾਨੀ ਸੰਘਰਸ਼ ਅੱਜ ਤੱਕ ਦਾ, ਪਿਛਲੇ 22 ਦਿਨਾਂ ਦਾ ਤੁਸੀਂ ਸਾਰਾ ਤੁਹਾਡੀ ਅੱਖਾਂ ਸਾਹਮਣੇ ਵਾਪਰ ਰਿਹਾ? ਅਸੀਂ 25 ਤਰੀਕ ਨੂੰ ਅੰਬਾਲੇ ਤੋਂ ਚਲੇ ਸੀ और अंबाला ही बैरीकेड इन्होंने पहला लगाया। वो साढ़े नौजवानों ने अंबाले दे ने कुछ ही मिनटों में उसको ध्वस्त करके रोड खोल लिया। तो उसके बाद फिर हम कुरुक्षेत्र पहुंचे, साहब टप्पे इन्होंने फिर एक बैरीकेड लगाया। वहाँ भी हमने प्रशासन से कहा भी हमने दिल्ली जाना है, शांति प्रिय जा रहे हम, तो इसको खोल दो। तो नहीं, उन्होंने खोला। तो वहाँ भी हमारी युवा टीम ने उसको भी बैरिकेड को तोड़ा और हम आगे बढ़े। अगले दिन हमने फिर रात स्टे करी पीपली में। अगले दिन उन्हें करनाल में फिर बैरिकेड लगा लिया। करनाल में इतना तकड़ा बैरिकेड इन्होंने लगाया, प्रशासन से हमने बात करी, एसडीएम से मिले हम भी, इसको खोल दो, हमने जाना है आगे। भी पीछे भी 2 बैरिकेड तोड़े, हम क्यों हमारे से ऐसा कर रहे, आप रोड जाम कर रहे हैं, हम उन्हें खोलना पड़ रहा है। तो वो नहीं माने, कहा ये बैरिकेटर आप नहीं खोल सकते, तो अंबाले वाले बैरिकेटर नहीं। तो हमने अपने नौजवानों को फिर कहा भाई कमर कसो और अपना खोलना है। इतने इतने बड़े ट्रक थे, 35-35 टन जिस पे बजरी रेता लदा हुआ,
पर हमारी टीम ने उनको भी ध्वस्त कर गया, उनके ब्रेक खोल कैसे भी करो, बैरिकेटर खोले। सरकार ने आंसू गैस के गोले भी चलाए, पानी की बौछारें भी करी, पर हमारा नौजवान कोई पीछे नहीं हटा, ना पानी से डरे ना आंसू गैस के गोले डरे, और उस बैरिकेटर को तोड़ के हम यहाँ तक पहुँचे हैं। और आगे अगर तोड़ने की जरूरत पड़ती हम दिल्ली वाले को भी तोड़ते, पर फिर यहाँ जो जत्थोबंदियाँ का सारा का प्रोग्राम है, हम यहीं बैठेंगे, यहीं से चारों तरफ से दिल्ली को घेरेंगे और घेरे बैठे हैं। यहाँ तक 25-27 तारीख को यहाँ पहुँच गए थे और बैठे हैं। गुरनाम सिंह जी की अध्यक्षता में काम चल रहा है पूरा, उन्होंने जैसे भी आदेश करते हैं वो चल रहा है। यहाँ बैठे हैं, जो सरकार जब भी करेगी कोई तो जाएंगे, और नहीं वरना यहीं जब मर जाएंगे चाहे वापस नहीं जाएंगे, कुछ कानून वापस करा के जाना है वापस। सो गुरनाम सिंह जी को हरियाणा में कैसा उनको सपोर्ट जो है किसानों का प्राप्त होता है? पूरे देश को गुरनाम सिंह ने जगाया आज अगर माने तो। जो पहले 10 तारीख को मैं बताऊं आपको, पीपली में जो एजिटेशन हुआ था, हम शांति प्रिय मंडी में जाना चाहते थे, रैली थी हमारी, पर सरकार नहीं मानी। उसने हर एक जगह 60-70 बैरिकेटर हरियाणा के अंदर लगाए। हम भी अम्बाड़े से बैरिकेटर तोड़ के आए सरकार के, हमारी टीम में 2-3 शेडों से थी, 6-7 बैरिकेटर तोड़े, पर हम पीपली पहुंचे। पीपली ने रोड पर बैरिकेटर लगा दिया, रोड जाम हो गया, 2.5-3 घंटे रोड जाम रहा। उसी सरकार को फिर वो बैरिकेटर भी हटाने पड़े और मंडी का रास्ता 144 भी हटानी पड़ी। पीपली में जाने का रास्ता दिया मंडी में हमारे को, और हमारे किसानों को डंडे लगे, जो उस डंडों ने आज पूरे देश को जगाया है। उससे पहले देश में बहुत कम था, आज पूरा देश सड़कों पर है। पूरे देश का कोई भी स्टेट ऐसे नहीं जिसमें हाहाकार नहीं मची, जो बाहर नहीं निकल रहा है। तो इसलिए भाई ये सारा श्रेय गुरनाम सिंह को देंगे हम तो, और उन्हीं ने इस देश को जगाया है, वही आज आगे होके चल रहे हैं निरपक्ष। तो जो हरियाणा में किसानों के ऊपर जो पर्चे वगैरह भी काफी दर्ज हुए थे उस टाइम, वो अभी किस स्टेज में पहुंचा है वो? पर्चे तो सबसे ज्यादा हम अम्बाड़े वाले हैं, जिनके ऊपर 10 तारीख को भी पर्चे हुए। ये नहीं एक थाने के अंदर एक बैरिकेड तोड़ा, एक पर्चा, दूसरे थाने के अंदर तोड़ा, वहाँ दूसरा पर्चा, तीसरे के तोड़ा, वहाँ तीसरा पर्चा। पर हमारे किसी नौजवान ने, किसी ने भी कोई घबराने की बात नहीं करी। ये 25 तारीख को हम अम्बाड़े चले, अम्बाड़े में बैरिकेड तोड़ा, वहाँ 307 का पर्चा, कुरुक्षेत्र में तोड़ा, वहाँ भी 307 का, करनाल में तोड़ा, वहाँ भी 307 का पर्चा। 307 के पर्चे सरकार करती है, सड़क सरकार रोक रही है, हम तो रास्ता खोल रहे हैं, और पर्चा होता है किसान पे भी, किसान ने सड़क रोक ली। सरकार ने बैरिकेड लगाया, हम आगे जाते ना लगाते, रोक तो सरकार रही है, हमने थोड़ी रोका है। और पर्चे हमारे को मिलते हैं, हम पर्चे पुर्चे से घबराने वाले नहीं। किसानों पर इतने पर्चे हैं, कोई किसी को ये नहीं पता कितने पर्चे हैं हमारे पर, ना कोई इसकी चिंता कर रहा है। जितने मर्जी सरकार पर्चे कर ले, हमें कोई चिंता नहीं। किसान गुरनाम सिंह की ऐसी टीम है, पर्चे से तो डरती नहीं, जितने मर्जी करे। हमारे पर तो 302 का भी करके देख लिया इन्होंने, हाँ, और अभी वो फिर वापस लिया इन्होंने 2-3 महीने बाद। अम्बाड़े के 7 किसानों पर 302 का पर्चा भी दर्ज करा इन्होंने। 302 का पर्चा किसानों के ऊपर? किसानों के ऊपर, मेरे ऊपर जय सिंह जी बैठे हैं, सुखविंदर जी बैठे, 3 आदमी तो हम यहीं बैठे हैं जिनके साथ 302 का पर्चा था। एक रैली कर रहे थे, ये भी एक अच्छे कानून है, हम उसका विरोध कर रहे थे। उसमें एक हार्ट अटैक से किसान मर गया, बीजेपी के ट्रैक्टर बैठा है, पूरी वीडियो है उसकी, हार्ट अटैक से मरा, डॉक्टरों की भी रिपोर्ट है। तो 302 के पर्चे हमारे 7 आदमी पे किए इन्होंने। तो अभी वो उसकी रिपोर्ट आई, प्रशासन ने देखा, तो उन्होंने वो पर्चे वापस लिए। ਸੋ ਇਦਾਂ ਦੇ ਹਾਲਾਤ ਨੇ। ਵੇਖੋ ਆਪਾਂ ਹੁਣੇ ਸੁਣਿਆ ਭਾਈ ਸਾਹਿਬ ਹੋਰਾਂ ਕੋਲੋਂ ਕਿ 302 ਦੇ ਪਰਚੇ ਜਿਹੜੇ ਕਿ ਧੱਕੇਸ਼ਾਹੀ ਦੇ ਨਾਲ ਕੀਤੇ ਗਏ ਉਹ ਵੀ ਰੱਦ ਹੋਏ ਨੇ। ਹੋਰ ਵੀ ਕਈ ਸਾਰੇ ਪਰਚੇ ਜਿਹੜੇ ਨੇ ਦਰਜ ਹੋ ਚੁੱਕੇ ਨੇ ਹਰਿਆਣੇ ਦੀ ਟੀਮ ਦੇ ਉੱਤੇ, ਪਰ ਸਾਰੇ ਬੇਪਰਵਾਹ ਹੋ ਕੇ ਡਟੇ ਬੈਠੇ ਨੇ ਇਹ ਮੋਰਚੇ ਦੇ ਵਿੱਚ, ਤੇ ਪੂਰੀ ਸਪੋਰਟ ਹੈ। हरियाणा पंजाब का जिहड़ा मां पंजाब की गल हो रही है, तुसीं उस नूं किवें देखदे हो जी? इत्थे नहीं, कोई गल नहीं, इत्थे सब एक हैं, पूरा देश का किसान आज एक है, इन काले कानूनों के खिलाफ पूरे एक होकर लड़ रहे हैं। यहाँ कोई हरियाणा पंजाब की कोई आपस की कोई बात नहीं है, वो भी आपस में सब किसान है। आज ये बात हो रही कि हरियाणा पंजाब को इकट्ठा कर दो, हमें बॉर्डर नहीं चाहिए। नहीं ऐसे, हाँ जी, आज ये सरकार ना इतनी निकम्मी सरकार है। हाँ जी, आज एस वाले मुद्दे के ऊपर इन्होंने एक खसूसा छोड़ दिया। 2 दिन से टीवी पर चल रहा है भी हम पानी का जो कोर्ट ने फैसला दिया है
फिर ताकि इनमें फूट डाल दें, हरियाणा और पंजाब में ना यहाँ फूट डाल दें, वो पानी का मुद्दा फिर लेके आएंगे। ये आज से नहीं, जब से हम हरियाणा पंजाब अलग हुआ ना, तब से ये हरियाणा पंजाब के हमारे किसानों के ऊपर राजनीति कर रहे हैं। इस वाले मुद्दे को बड़ा मुद्दा नहीं है, अगर सरकार चाहे उस मुद्दे को सुलझा सकती है, पानी ले आ सकती है। जो पाकिस्तान में पानी जा रहा है उसको रोक के यहाँ ले, पर नहीं इन्हों राजनीति करनी है। किसानों की किसी की इन्हों जरूरत नहीं है। आज जो आंदोलन होया 70 साल के बाद, सरकारें पिछले भी ही करती रही, पिछली सरकारें भी कोई अच्छी सरकारें नहीं थी, भी किसानों को उन्हें भला किया। लेकिन इन्होंने आज मैं तो कहूँ भी बाबे नानक की सबसे बड़ी कृपा, आज उन्होंने कब का ये काम किया था ना। आज जो लड़ाई हम लड़ रहे हैं ना, जो लंगर, अगर लंगर की व्यवस्था ना होगी ना गुरुद्वारों से, जो हमारी अम्बाड़े की यूनिट जो मजबूत हुई है ना, वो सिर्फ गुरुद्वारे की बदौलत है। हमने वहाँ से, हमें कहीं भूखा नहीं मर दिया, वो लंगर सब गुरुद्वारा से चलता था। अब बाबा जी बैठे हैं तरन तरन वाले, अब कितने आज लाखों आदमी को यहाँ लंगर चले। अगर आदमी को रोटी ना मिले वो लड़ाई नहीं लड़ सकता। हमारे चाहे 5000 बंदे हो गए, चाहे 10,000 बंदे हो गए, गुरुद्वारा से हमारा लंगर चला। और जो आज लड़ाई लड़ रहे हैं ना, उस बाबे नानक की कृपा से लड़ रहे हैं यहाँ तक। बिल्कुल ਇਹ ਲੰਗਰਾਂ ਦੇ ਨਾਲ ਜਿਹੜੀ, ਕਿਉਂਕਿ ਸਰੀਰ ਤਗੜਾ ਹੋਏਗਾ ਤੇ ਫੇਰ ਹੀ ਜੰਗਾਂ ਲੜੀਆਂ ਜਾਂਦੀਆਂ ਤੇ ਫੇਰ ਹੀ ਜਿੱਤੀਆਂ ਜਾਂਦੀਆਂ ਨੇ। ਸੋ ਇਹ ਸਾਰਾ ਹਰਿਆਣਾ ਪੰਜਾਬ ਜਿਹੜਾ ਉਹਦਾ ਏਕਾ ਇੱਥੇ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲ ਰਿਹਾ ਤੇ ਜੰਗ ਜਾਰੀ ਹੈ ਤੇ बड़ी हिम्मत ਦੇ ਨਾਲ जंग ਜਿਹੜੀ ਤੇ बड़ी ਵਿਉਂਤ ਦੇ ਨਾਲ ਇਹ लड़ी जा रही है। आज ना जो हमारा प्रधानमंत्री है उसको किसान को नहीं, सिर्फ 2-3 आदमी हैं, अंडानी, अंबानी, रिलायंस, उनके लिए पूरे देश को बेचने में लग रहा है। देश तो बेच ही दिया, देश में कुछ नहीं रहा। अब किसान है, किसान की जमीन उसको रड़क रही है भी कैसे बड़े आदमियों को जमीन खोज के दी जाए। इसीलिए वो आज अंडानी अंबानी की तो अगुवाई कर रहा है किसानों को। इसको अंडानी के पोता हो, उसको तो हॉस्पिटल में चला गया बधाई देने, और यहाँ एक किसान सड़कों पर, लाखों किसान पूरे दिल्ली की तरफ पड़े हैं, इनकी कोई सुध नहीं। इसको इतनी ठंड है, हमारे घर 35-40 जिस दिन का आंदोलन चला 35-40 किसान शहीद हो चुके हैं। कल एक हमारा बाबा जी ने, जो अच्छे बाबा जी थे, उन्होंने भी यहाँ पे हालात देख के किसान के, उसने लिख के भी मैं किसान के हालात नहीं दे सकता जो आज हो रही है, और सरकार जो बैठी है उन्होंने अपने आप गोली मार के अपने आप को शहीद कर लिया। तो इसलिए हम कहते हैं भी ऐसा प्रधानमंत्री तो दोबारा कभी देश को ना दिखाए, परमात्मा करे, और इनको सद्बुद्धि दे भी जरा जल्दी सोच लें, नहीं तो किसान तो पीछे हटने का नहीं, चाहे मर जाए या मरेंगे या मरेंगे, जो भी होगा यहाँ से जाएंगे नहीं, कानून तो वापस करा के जाने हैं। ਸੋ ਬਿਲਕੁਲ ਇਸ ਪੱਧਰ ਤੱਕ ਕਿਸਾਨਾਂ ਦੀ ਭਾਵਨਾ ਹੈ ਕਿ ਅਸੀਂ ਕੁਝ ਵੀ ਹੋ ਜਾਏ, ਕਿਉਂਕਿ ਇਹ ਜਿਹੜੇ ਸਾਰੇ ਕਿਸਾਨ ਬੈਠੇ ਨੇ, ਇਹ ਜੱਲਿਆਂਵਾਲੇ ਬਾਗ ਦੇ ਵਿੱਚ ਜੋ ਸਾਕਾ ਵਾਪਰਿਆ ਸੀ, ਸਾਰੇ ਉਹਦੇ ਵਾਰਸ ਕਹਿ ਲਈਏ ਆਪਾਂ, ਜਾਂ ਇਹਨਾਂ ਦੇ ਵੱਡੇ ਵਡੇਰੇ, ਉਦੋਂ ਵੀ ਉੱਥੇ ਸ਼ਾਂਤੀ ਦੇ ਵਿੱਚ ਹੀ ਸਭਾ ਹੋ ਰਹੀ ਸੀ। ਤੇ ਜਦੋਂ ਉਸ ਵੇਲੇ ਦੇ ਅੰਗਰੇਜ਼ ਹਾਕਮਾਂ ਨੇ ਆਪਣੇ ਹੰਕਾਰ ਦੇ ਵਿੱਚ, ਆਪਣੇ ਰਾਜਮੱਦ ਦੇ ਵਿੱਚ ਉਹ ਐਸਾ ਕਾਰਾ ਕਰ ਦਿੱਤਾ, ਪਰ ਭੁੱਲਿਆ ਸਾਨੂੰ ਉਹ ਵੀ ਨਹੀਂ। ਤੇ ਇਹ ਜਿਹੜਾ ਸੰਘਰਸ਼ ਹੈ, ਇਹ ਸਾਡਾ ਉਹਨਾਂ ਸੰਘਰਸ਼ਾਂ ਤੋਂ ਪੈਦਾ ਹੋਇਆ ਉਹ ਜਜ਼ਬਾ ਹੈ, ਤੇ ਕਿਸਾਨ ਇਕੱਠੇ ਨੇ ਤੇ ਜਿੱਤਣਗੇ। ਤੇ ਜਿੱਤਣ ਦੇ ਵਾਸਤੇ ਇੱਥੇ ਬੈਠੇ ਹੋਏ ਨੇ, ਵੇਖੋ ਕੀ ਛੋਟੇ ਵੱਡੇ ਬਜ਼ੁਰਗ ਸਭ ਬੈਠੇ ਨੇ ਇੱਥੇ। ਵਕੀਲਾਂ ਦੇ ਵੱਡੀਆਂ ਵੱਡੀਆਂ ਬਾਰ ਕੌਂਸਲਾਂ, ਜਿਹੜੀਆਂ ਸੁਪਰੀਮ ਕੋਰਟ ਦੀ, ਹਾਈ ਕੋਰਟਸ ਦੇ ਜਿਹੜੇ ਵਕੀਲ ਨੇ, ਸਾਰੇ ਇਕੱਠੇ ਹੋ ਕੇ। ਸੋ ਹਰ ਵਰਗ ਜਿਹੜਾ ਉਹ ਜੁੜ ਚੁੱਕਾ ਹੈ ਸੰਘਰਸ਼ ਦੇ ਨਾਲ, ਤੇ ਸੰਘਰਸ਼ ਬੜੇ ਆਪਣੇ ਜੋਬਨ ਤੇ ਪਹੁੰਚਿਆ, ਚਰਮ ਸੀਮਾ ਤੇ ਪਹੁੰਚਿਆ, ਤੇ ਲੋਕਾਂ ਦੀ ਇੱਕ ਆਵਾਜ਼ ਬਣ ਚੁੱਕਾ ਹੈ ਇਹ ਸੰਘਰਸ਼। ਸੋ ਖਾਲਸੇ ਵੀ ਡਟੇ ਹੋਏ ਨੇ ਜੀ ਮੈਦਾਨ 'ਚ ਆ ਕੇ। ਸੋ ਭਾਈ ਸਾਹਿਬ ਜੀ, ਕਿਸਾਨ ਮੋਰਚਾ ਜਿਹੜਾ ਇਸ ਵਕਤ ਪੂਰਾ ਮਗਿਆ ਪਿਆ ਇੱਥੇ, ਇਸ ਵਕਤ ਸ਼ੰਭੂ ਬਾਰਡਰ ਤੇ ਆਪਾਂ ਦੇਖ ਰਹੇ ਹਾਂ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜੀ? ਇਹ ਗੁਰੂ ਸਾਹਿਬ ਨੇ ਆਪ ਖੇਡ ਵਰਤਾਈ ਹੈ, ਕਿਉਂਕਿ ਗੁਰੂ ਨਾਨਕ ਨੇ ਜਿਹੜਾ ਪੰਥ ਚਲਾਇਆ, ਮਾਰਾ ਸਿੱਕਾ ਜਗਤ 'ਚ ਨਾਨਕ ਨਿਰਮਲ ਪੰਥ ਚਲਾਇਆ। ਇੱਥੇ ਜਿਹੜਾ ਹਾਕਮ ਬਾਬਰ ਆਉਂਦਾ ਹੈ, ਬਾਬਰ ਨੂੰ ਜਾਬਰ ਕਿਸੇ ਹੋਰ ਨੇ ਨਹੀਂ ਆਖਿਆ, ਗੁਰੂ ਨਾਨਕ ਨੇ ਆਖਿਆ। ਇਸੇ ਵਾਸਤੇ ਹੀ ਫਿਰ ਆਪਾਂ ਸਿੱਧੇ ਆਈਏ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਵਾਲੇ। ਹੁਣ ਪਰਸੋਂ 19 ਤਰੀਕ ਨੂੰ ਸ਼ਹੀਦੀ ਪੁਰਬ ਹੈ ਗੁਰੂ ਤੇਗ ਬਹਾਦਰ ਮਹਾਰਾਜ ਦਾ। ਉਦੋਂ ਜਿਹੜਾ ਜ਼ਾਲਮ ਸੀ ਔਰੰਗਜ਼ੇਬ ਸੀਗਾ, ਉਹ ਕਹਿੰਦਾ ਮੈਂ ਹਿੰਦੂ ਧਰਮ ਮਿਟਾ ਦੇਣਾ, ਖਤਮ ਕਰ ਦੇਣਾ, ਨਾਮੋ ਨਿਸ਼ਾਨ। ਜ਼ੁਲਮ ਕਰ ਰਿਹਾ ਸੀ, ਜ਼ਬਰ ਕਰ ਰਿਹਾ ਸੀ, ਤੇ ਜ਼ਬਰ ਦੇ ਵਿਰੁੱਧ ਆਵਾਜ਼ ਉਠਾਈ ਗੁਰੂ ਤੇਗ ਬਹਾਦਰ ਮਹਾਰਾਜ ਨੇ। ਤੇਗ ਬਹਾਦਰ ਸਗਲ ਸਿਸਟਮ ਵਿੱਚ ਟਾਪੀ ਚਾਦਰ, ਉਹ ਕੇਵਲ ਹਿੰਦੂ ਧਰਮ ਦੀ ਚਾਦਰ ਨਹੀਂ, ਹਾਂਜੀ, ਜੇ ਉਸ ਸਮੇਂ ਮੁਸਲਮਾਨਾਂ ਉੱਪਰ ਜ਼ੁਲਮ ਢਾਇਆ ਜਾਂਦਾ,
ਉਸ ਸਮੇਂ ਗੁਰੂ ਨਾਨਕ ਸਿੰਘ ਹਿੰਦੂ ਧਰਮ ਦੇ ਵਿਰੁੱਧ ਨਹੀਂ, ਉਹ ਜ਼ਾਲਮ ਸਰਕਾਰ ਦੇ ਵਿਰੁੱਧ ਆਵਾਜ਼ ਉਠਾਣੀ ਸੀਗੀ। ਇਸੇ ਤਰੀਕੇ ਹੁਣ ਜਿਹੜਾ ਬੈਠਾ ਏ ਮੋਦੀ, ਇਹ ਧਰਮ ਦੇ ਨਾਮ ਤੇ ਲੜਾਈਆਂ ਕਰਾ ਕੇ, ਫੁੱਟ ਪਵਾ ਕੇ ਤੇ ਠੱਗੀ ਠੋਰੀ ਕਰਦਾ ਹੈ, ਜ਼ੁਮਲਾਸਤਾਨ ਬਣਾ ਰਿਹਾ ਹੈ। जुमलास्तान, जुमले दी बातें, झूठियां बातें कि मैं 35 साल से भिक्षा मांगता रहा हूं, मैं चाय बेचता रहा हूं, ये सब झूठ है। झूठ कहना जे मेरा काम पसंद ना आया तो मुझे धक्का मार के निकाल देना। लोगों को भरमा रहा धर्म के नाम से, ठगी ठोरी आखिर मुख में राम बगुल में छुरी, असं राम मंदिर बनवा रहे हैं पर ये सब धर्म के नाम से ठगी ठोरी हो रही है। ते ठग नूं ललकारिया सी गुरु नानक साहब ने। सज्जन ठग ने आख्या सी ਜਾਂ ਤਾਂ ਤੂੰ ਆਪਣਾ ਨਾਮ ਬਦਲ ਲੈ ਜਾਂ ਫਿਰ ਕੰਮ ਬਦਲ ਲੈ। ਤੇ ਜੇ ਗੱਲ ਕਰੀਏ ਭਾਈ ਲਾਲੋ ਜੀ ਦੀ, ਭਾਈ ਲਾਲੋ ਜਿਨ੍ਹਾਂ ਦਾ ਨਾਮ 7 ਵਾਰ ਗੁਰੂ ਗ੍ਰੰਥ ਸਾਹਿਬ 'ਚ ਆਇਆ ਹੈ, ਭਾਈ ਲਾਲੋ ਦੀ ਬਾਹ ਫੜੀ ਹੈ ਗੁਰੂ ਨਾਨਕ ਪਾਤਸ਼ਾਹ ਨੇ। ਦੂਸਰੇ ਪਾਸੇ ਗਰੀਬਾਂ ਦਾ ਖੂਨ ਪੀਣ ਵਾਲਾ ਮਲਕ ਭਾਗੋ ਨੂੰ ਦਿਖਾਤਾ ਤੇਰੇ ਮਾਲਪੁਰੇ 'ਚ ਖੂਨ ਵੇ ਗਰੀਬਾਂ ਦਾ। ਗਰੀਬਾਂ ਦੀ ਬਾਹ ਪਕੜੀ ਤੇ ਅੱਜ ਗਰੀਬਾਂ ਦੀ ਬਾਹ ਪਕੜਨ ਲਈ ਗੁਰੂ ਕਲਗੀਧਰ ਪਾਤਸ਼ਾਹ ਦਾ ਖਾਲਸਾ ਹੀ ਅੱਗੇ ਆਇਆ ਹੈ। ਜ਼ਬਰ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈਏ ਤੇ ਲੈ ਕੇ ਕੌਣ ਆਇਆ? ਗੁਰੂ ਸਾਹਿਬ ਆਪ ਲੈ ਕੇ ਆਏ ਨੇ। ਗੁਰੂ ਸਾਹਿਬ ਦੇ ਜਕਾਰੇ ਲੈ ਕੇ ਆਏ ਨੇ। ਖੱਚਰ ਸਰਕਾਰ ਨੇ ਕਹਿਤਾ ਸੀਗਾ ਕਿ ਇਹ ਪੰਜਾਬੀ ਇਹ ਹਰਿਆਣੇ ਦਾ ਬਾਰਡਰ ਟੱਪ ਨਹੀਂ ਸਕਣਗੇ। ਹੁਣ ਗੁਰੂ ਕਾ ਖਾਲਸਾ ਦਿੱਲੀ ਪਹੁੰਚ ਗਿਆ ਤੇ ਦਿੱਲੀ ਧਰਤੀ ਦੇ ਮੋਰਚੇ ਲੱਗ ਗਏ ਨੇ ਤੇ ਨਾਮ ਇਹਦਾ ਸਿੰਘ ਬਾਰਡਰ ਹੈ। ਹੁਣ ਸਿੰਘ ਬਾਰਡਰ, ਇਹ ਬਾਰਡਰ ਬਣ ਗਿਆ ਹੁਣ। ਤੇ ਮੈਂ ਜਿਹੜੀ ਗੱਲ ਕਰਨ ਲੱਗਾ ਹੱਕ ਦੀ, ਹੱਕ ਦਾ ਮੰਗਣ ਆ ਗਏ ਸਿੰਘ, ਆ ਗਏ ਕਿਸਾਨ, ਆ ਗਏ। ਹੱਕ ਤਾਂ ਲੈਣਾ ਹੀ ਲੈਣਾ। ਹੱਕ ਦੀ ਗੱਲ ਹੁਣ ਮੋਦੀ, ਜਦੋਂ ਮਹਾਭਾਰਤ ਜਦੋਂ ਆਪਾਂ ਪ੍ਰਸੰਗ ਪੜ੍ਹਦੇ ਆ, ਸ਼੍ਰੀ ਕ੍ਰਿਸ਼ਨ ਜੀ ਨੇ 18 ਦਿਨ ਸਮਝਾਇਆ ਸੀਗਾ ਇਹ ਦੁਰਯੋਧਨ ਮੰਨ ਜਾ, ਇਹਨਾਂ ਦਾ ਹੱਕ ਦੇ ਦੇ। ਜੇ ਹੱਕ ਨਹੀਂ ਦੇਣਾ ਤੇ ਤੂੰ ਧਰਮ ਵਾਲਾ ਕੰਮ ਕਰ ਲੈ, ਚੱਲ ਅੱਧਾ ਰਾਜ ਭਾਗ ਨਹੀਂ, ਸਿਰਫ 5 ਪਿੰਡ ਦੇ ਦੇ, 5 ਪਿੰਡ। ਪਰ ਦੁਰਯੋਧਨ ਉਹਦਾ 5 ਪਿੰਡ ਤੱਕ ਕੀ, ਮੈਂ ਸੂਈ ਦੀ ਨੋਕ ਜਿੰਨੀ ਜ਼ਮੀਨ ਵੀ ਨਹੀਂ ਦੇਣੀ। ਉਹਨੂੰ ਆਪਣਾ ਮਾਣ ਸੀ ਆਪਣੇ ਲਸ਼ਕਰ ਦਾ, ਆਪਣੀਆਂ ਫੌਜਾਂ ਦਾ। ਮੇਰੇ ਕੋਲ 48 ਕੋਹ ਦਾ ਲੋ ਲਸ਼ਕਰ ਏ, ਮੇਰਾ ਬੜਾ ਵੱਡਾ ਰਾਜ ਭਾਗ ਵੇ। ਪਰ ਹੋਇਆ ਕਿ ਗੁਰਬਾਣੀ ਦਾ ਬਚਨ ਹੈ, मेरी मेरी कैरो करते दुर्योधन से भाई 12 जोजन छतर चले था देही गिरजन खाई। 18 दिन समझाया सीगा, नहीं समझा, प्यार ना समझा। ਉਹ ਸਮਝੇ ਅਵਤਾਰੀ ਪੁਰਸ਼ ਸ਼੍ਰੀ ਕ੍ਰਿਸ਼ਨ ਜੀ ਨੇ। ਬਿਲਕੁਲ। ਪਰ ਉਹ ਨਹੀਂ ਮੰਨਿਆ, ਪਰ ਉਹਦਾ ਹਾਲ ਲੱਖਾਂ ਲੋਕ ਮਾਰੇ ਗਏ, ਧਰਤੀ ਲਹੂ ਨਾਲ ਲੱਥਪੱਥ ਹੋ ਗਈ। ਮਹਾਭਾਰਤ ਹੋਈ, ਏਡੀ ਵੱਡੀ ਜੰਗ ਹੋਈ, ਇਹ ਦੁਰਯੋਧਨ ਦੇ ਕਾਰਨ ਹੋਈ ਕਿ ਉਹ ਜ਼ਮੀਨਾਂ ਨਾਲ ਲੈ ਗਿਆ। ਉਹ ਸੂਈ ਦੀ ਨੋਕ ਦੇ ਬਰਾਬਰ ਜ਼ਮੀਨ ਉਹਦੇ ਨਾਲ ਨਹੀਂ ਗਈ। ਮੋਦੀ ਤੇਰੇ ਨਾਲ ਕੁਝ ਨਹੀਂ ਜਾਣਾ। ਇਹ ਖਾਲਸਾ ਤੈਨੂੰ ਸਮਝਾ ਰਿਹਾ ਵੇ, ਤੂੰ ਜਿਹੜਾ ਗਰੀਬ ਮਾਰ ਕਰਦਾ ਪਿਆ। ਇੱਥੇ ਦੇਖੋ ਖਾਲਸਾ ਹੈ, ਗਰੀਬਾਂ ਨੂੰ ਲੰਗਰ ਮਿਲਦੇ ਪਏ ਨੇ, ਕਿਸੇ ਪਦਾਰਥ ਦੀ ਕੋਈ ਕਮੀ ਨਹੀਂ ਹੋ ਰਹੀ। ਇੱਥੇ ਦੁਆਵਾਂ ਮਿਲਦੀਆਂ ਨੇ, ਦੁਆਵਾਂ ਉਹਨੂੰ ਬਦਦੁਆ ਮਿਲਦੀਆਂ। ਇੱਥੇ ਛੋਟੇ ਬੱਚੇ ਕੀ ਕਹਿ ਰਹੇ ਨੇ, ਗਲੀ ਗਲੀ ਮੈਂ ਸ਼ੋਰ ਹੈ, ਮੋਦੀ ਸਾਲਾ ਚੋਰ ਹੈ। ਨਿੱਕਾ ਨਿੱਕਾ ਬੱਚਾ ਕਹਿ ਰਿਹਾ। ਸਾਰਿਆਂ ਨੂੰ ਪਤਾ ਲੱਗ ਗਿਆ ਕਿ ਮੋਦੀ ਬੜਾ ਵੱਡਾ ਚੋਰ ਹੈ, ਮਹਾ ਚੋਰ ਹੈ, ਇਹ ਠੱਗੀ ਠੋਰੀ ਕਰਦਾ ਪਿਆ। ਤੇ ਅਸੀਂ ਮੋਦੀ ਨੂੰ ਅਜੇ ਵੀ ਸਮਝਾਉਂਦੇ ਆ, ਕਿਉਂਕਿ ਗੁਰੂ ਨਾਨਕ ਦਾ ਘਰ ਪਹਿਲਾਂ ਸਮਝਾਣਾ ਹੀ ਹੈ। ਤੇ ਇੱਕ ਬੜੀ ਵੱਡੀ ਜਿਹੜੀ ਕੁਰਬਾਨੀ ਕੱਲ ਹੋਈ ਇੱਥੇ, ਜਿੱਦਾਂ ਔਰੰਗਜ਼ੇਬ ਦੇ ਝੂਠੇ ਰਾਜ ਨੂੰ ਖਤਮ ਕਰਨ ਵਾਸਤੇ ਜਬਰ ਜ਼ੁਲਮ ਦੇ ਵਿਰੁੱਧ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਠੀਕਰ ਭੰਨਿਆ, ਸਰੀਰ ਰੂਪੀ ਠੀਕਰਾ, ਤਨ ਦੀ ਕੁਰਬਾਨੀ ਦਿੱਤੀ ਤੇ ਕਹਿਤਾ ਸੀ ਹਿੰਦੂ ਧਰਮ ਜੇ ਤੂੰ ਮਿਟਾਉਣਾ ਚਾਹੁੰਦਾ ਤੇ ਪਹਿਲਾਂ ਗੁਰਤੇਗ ਨੂੰ ਮੁਸਲਮਾਨ ਬਣਾ ਲੈ। ਆਪਣੇ ਨੂੰ ਅੱਗੇ ਕਰਤਾ, ਆਪਣਾ ਬਲੀਦਾਨ ਦਿੱਤਾ। ਇਸੇ ਤਰੀਕੇ ਕਿਸਾਨਾਂ ਵਾਸਤੇ ਕੱਲ ਗੁਰੂ ਕੇ ਪਿਆਰੇ ਨਾਮ ਚ ਰੰਗੇ ਹੋਏ ਸੰਤ ਬਾਬਾ ਰਾਮ ਸਿੰਘ ਨੇ ਇੱਥੇ ਆਪਣਾ ਬਲੀਦਾਨ ਦਿੱਤਾ, ਕੁਰਬਾਨੀ ਦੇ ਦਿੱਤੀ ਏ। ਮਹਾਨ ਸ਼ਹਾਦਤ ਜਾਮ ਉਹਨਾਂ ਨੇ ਪੀਤਾ ਹੈ, ਆਪਣੇ ਨੂੰ ਅੱਗੇ ਕੀਤਾ ਕਿਸਾਨਾਂ ਨੂੰ ਬਚਾਉਣ ਵਾਸਤੇ, ਕਿਸਾਨਾਂ ਦੇ ਹੱਕ ਲਈ। ਤੇ ਮੋਦੀ ਨੂੰ ਸਮਝਾਉਂਦੇ ਆ, ਇੰਨਾ ਜਬਰ ਜ਼ੁਲਮ ਤੂੰ ਇਤਿਹਾਸ ਸਿੱਖ ਲੈ। ਇੱਥੇ ਹਰਨਾਕਸ਼ ਵਰਗੇ ਨਹੀਂ ਰਹੇ, ਇਹਦੇ ਦੁਰਯੋਧਨ ਵਰਗੇ ਨਹੀਂ ਰਹੇ। ਤੇ ਤੂੰ ਵੀ ਸਮਝਾ, ਇਸ ਵਾਸਤੇ ਸਾਡਾ ਹੱਕ ਇੱਥੇ ਰੱਖ। ਅਗਲੀ ਗੱਲ ਇੱਕ ਹੋਰ ਵਿਚਾਰਦਾਸ ਕਰਨਾ ਚਾਹੁੰਦਾ, ਹੁਣ ਅਸੀਂ ਕੱਲ ਹੱਕ ਨਹੀਂ ਲੈਣਾ। ਉਹ ਸਾਡੀਆਂ ਜ਼ਮੀਨਾਂ ਖੋ ਰਿਹਾ ਸੀ, ਕਿਸਾਨਾਂ ਦੀਆਂ ਜ਼ਮੀਨਾਂ ਲੈਣਾ ਚਾਹੁੰਦਾ ਸੀਗਾ। ਹੁਣ ਅਸੀਂ ਆਪਣੀ ਜ਼ਮੀਨਾਂ ਦੇ ਹੱਕ ਤਾਂ ਲੈਣੇ ਹੀ ਲੈਣੇ ਨੇ। ਇਹਨਾਂ ਜਿਹੜਾ ਕੋਈ ਬੰਦਾ ਗੱਡੀ ਗਲਤ ਚਲਾਵੇ ਉਹਨੂੰ ਸਰਕਾਰ ਜੁਰਮਾਨਾ ਕਰਦੀ ਨਾ, ਹੁਣ ਇਹ ਸੱਚੀ ਸਰਕਾਰ ਵੱਲੋਂ ਜੁਰਮਾਨਾ ਵੀ ਹੋਣ ਲੱਗਾ। ਉਹ ਜੁਰਮਾਨਾ ਕੀ ਹੈ? ਹੁਣ ਰਾਜ ਜਿਹੜਾ ਇਹ ਇਲਾਕਾ ਨਾ, ਇਹ ਖਾਲਸੀ ਰਾਜ ਤਾਂ ਨਹੀਂ ਬਣ ਗਿਆ ਇੱਥੇ।
ਇਹ ਇਤਿਹਾਸਕ ਸਾਡੀ ਵਿਰਾਸਤ ਬਣ ਗਈ। ਇੱਥੇ ਸਾਡੇ ਸੰਤ ਬਾਬਾ ਰਾਮ ਸਿੰਘ ਸ਼ਹੀਦ ਹੋਏ ਨੇ, ਇੱਥੇ ਹੁਣ ਇਤਿਹਾਸਕ ਸਥਾਨ ਬਣੇ, ਇਤਿਹਾਸ ਰਚਿਆ ਜਾ ਰਿਹਾ ਤੇ ਰਚਿਆ ਜਾਵੇਗਾ। ਇਹ ਖਾਲਸੇ ਰਾਜਧਾਨੀ ਸਿੰਘ ਬਾਰਡਰ ਤੋਂ ਆਰੰਭ ਹੋ ਗਈ ਹੈ ਜੀ। ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਬੋਲੇ ਸੋ ਨਿਹਾਲ, ਦੇਖ ਦੇਖ ਫਤਿਹ। ਹੁਣ ਮੈਂ ਇਹਨਾਂ ਲੋਕਾਂ ਦੇ ਭਾਵ ਵੀ ਤੁਹਾਡੇ ਅੰਦਰ ਰੱਖਣਾ ਚਾਹੁੰਦਾ ਵਾਂ। ਉਹ ਕਹਿੰਦੇ ਇਹ ਕੀ ਹੋਇਆ, ਇਹ ਕੀ ਹੋਇਆ, ਇੱਥੇ ਮੋਦੀ ਮੋਇਆ, ਮੋਦੀ ਮੋਇਆ। ਸਾਰੇ ਬੋਲਣਾ ਬਈ, ਇਹ ਕੀ ਹੋਇਆ, ਇਹ ਕੀ ਹੋਇਆ, ਮੋਦੀ ਮੋਇਆ, ਮੋਦੀ ਮੋਇਆ। ਇਹ ਕੀ ਹੋਇਆ, ਇਹ ਕੀ ਹੋਇਆ, ਮੋਦੀ ਮੋਇਆ, ਮੋਦੀ ਮੋਇਆ। ਇਹ ਗੁਰਬਾਣੀ 'ਚ ਹੀ बचन आ गया है, जिसके अंतर बस है, जिसके अंतर राज अभिमान, जिसके अंतर राज अभिमान सो नरक पाती होवत सुवान। गुरु सर ने मोहर लाती है, जरा राज दा अहंकार करदा, अहंकारिया सो मारिया। हुण अहंकार हो गया नू राज जोबन दा, मेरे राज दा अहंकार आ गया, मैं मोदी। वो कहदा सी घर घर मोदी होवे, वो झूठ राही गोदी मेरे प्रचार करदा है घर घर मोदी। ਅਸੀਂ ਚਾਹੁੰਦੇ ਮੋਦੀ ਮੋਦੀ ਹੋਵੇ ਪਰ ਉਹ ਚੰਗੇ ਕੰਮ ਕਰੇ। ਨੋਟਬੰਦੀ ਨਾਮ ਤੇ ਲੋਕਾਂ ਦਾ ਕਿੰਨਾ ਉਹਨੇ ਘਪਲਾ ਕੀਤਾ, ਬਿਲਕੁਲ ਖਰਬਾਂ ਰੁਪਏ ਘਪਲਾ ਗਰੀਬ ਮਾਰ ਕਰਦਾ ਪਿਆ। ਗਰੀਬ ਮਾਰ ਦੇ ਨਾਲ ਫਿਰ ਗਰੀਬਾਂ ਦਾ ਗੁਰੂ ਨਾਨਕ ਪਾਤਸ਼ਾਹ ਕੇ ਖੜ ਗਏ ਨੇ। ਗਰੀਬਾਂ ਉੱਪਰ ਇੱਕ ਕਿੰਜਾ ਦਾੜੀ, ਪਾਰ ਬ੍ਰਹਮ ਸਾਗਰ ਮੈਂ ਸਾੜੀ। ਸੋ ਬਿਲਕੁਲ ਇਹ ਸਾਰਾ ਇੱਥੋਂ ਦੇ ਜਜ਼ਬਾਤ ਜਿਹੜੇ ਨੇ, ਲੋਕ ਮਨਾਂ ਦੇ ਜਜ਼ਬਾਤ ਨੇ, ਕਿਉਂਕਿ ਜਿੰਨੇ ਵੀ ਲੋਕ ਇੱਥੇ ਆਏ ਨੇ, ਇਕੱਤਰ ਹੋਏ ਨੇ, ਇਹਨਾਂ ਦੇ ਮਨਾਂ ਦੇ ਵਿੱਚ ਇਹੀ ਜਜ਼ਬਾਤ ਨੇ ਕਿ ਇਹ ਜਿਹੜਾ ਧੱਕੇਸ਼ਾਹੀ ਹੋ ਰਹੀ ਹੈ ਕਿਸਾਨਾਂ ਦੇ ਨਾਲ, ਉਹ ਨਹੀਂ ਹੋਣੀ ਚਾਹੀਦੀ। ਤੇ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਵਾਪਸ ਲਏ ਜਾਣ, ਤਾਂ ਕਿ ਇਹ ਸਾਰੇ ਜਿਹੜੀ ਵਹੀਰਾਂ ਘੱਤ ਕੇ ਇੱਥੇ ਆ ਰਹੇ ਨੇ, ਇਹ ਫਤਿਹ ਦੇ ਜਕਾਰੇ ਬੁਲਾਉਂਦੇ ਹੋਏ ਵਾਪਸ ਪਹੁੰਚਣ। ਇੱਕ ਹੋਰ ਬੇਨਤੀ, ਜਿਹੜੇ ਮਹਾਂਪੁਰਸ਼ਾਂ ਨਾਲ ਪਿਆਰ ਕਰਦੇ ਬਾਬਾ ਰਾਮ ਸਿੰਘ ਨਾਲ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ, ਉਹਨਾਂ ਦਾ ਇਤਿਹਾਸਕ ਸਥਾਨ ਤੇ ਅਸੀਂ ਜ਼ਰੂਰ ਬਣਾਉਣਾ ਹੀ ਬਣਾਉਣਾ ਹੈ, ਕਿਉਂਕਿ ਉਹਨਾਂ ਦੀ ਮਹਾਨ ਸ਼ਹਾਦਤ ਹੋਈ ਹੈ। ਜਿੱਦਾਂ ਗੁਰਤੇਵਰ ਦੇ ਸ਼ਹੀਦੀ ਸਥਾਨ ਤੇ ਨਿਸ਼ਾਨ ਸਾਹਿਬ ਝੂਲਦੇ ਨੇ, ਉਦਾਂ ਇੱਥੇ ਝੂਲਦੇ ਰਹਿਣਗੇ। ਝੂਲ ਤੇ ਨਿਸ਼ਾਨ ਰਹੇ, पंथ महाराज के लगते दीवान रहे, गुरु महाराज के इतने दीवान सजनगे। खालसा सदा जय जयकार, राज करेगा खालसा, आकी रहना कोई, बोले सो निहाल, सत श्री अकाल। वाहिगुरु जी का खालसा, वाहिगुरु जी की फतेह। आप दे संगत ਟੈਲੀਵਿਜ਼ਨ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।